साजन तेरे चरण की होए रहा सद तूर। नानक सरन तुहारिया पेखों सदा हजूर। साजन उस वाहिगुरु नूं आख्या है, परमेश्वर नूं आख्या है। ते आप जी इहदे अर्थ समझदे हो। सज्जण दा मतलब हुंदा मित्र, दोस्त। ते गुरबाणी विच सज्जण उन्हां नूं आख्या गया जां ते परमात्मा नूं, जां ਜਿਹੜੇ परमात्मा ਦਾ नाम जपण वाले ते संसारी लोगां नूं परमात्मा दे नाल जोड़न वाले, उन्हां नूं सज्जण आख्या। सो इत्थे उस परमेश्वर नूं मुखातब करके आख्या गया, साजन तेरे चरण की होए रहा सद धूर। कि हे वाहिगुरु, मैं सदा ही तेरे चरनां दी धूड़ बनिया रहा। चरनां दी धूड़ भाव बिल्कुल अपना आपा गवा देना। जिवें धूड़ी है, धूड़ी दी कोई भी अपनी हस्ती नहीं, उहदा अपना कोई अस्तित्व नहीं। ਉਹਦੇ अंदर ये नहीं कि मेरा कोई वखरा रूप है। धूड़ी समझो पैरां दे भी थल्ले हुंदी है। सारियां तो शरीर दा निचला हिस्सा जो है ਉਹਨੇ साडे पैर, ते पैरां तो भी थल्ले है धूड़ी। भाव के ऐनी नीवी, ऐना निमाणापन, बिल्कुल ही अपना आपा गवा देना। एक बिल्कुल भी मैं दा अंश मात्र भी ना होना, उन्होंने क्या धूड़ हो जाना। ते साहिब कहते हे सज्जन, मैं तेरे चरनां दी सदा ही धूड़ी बनिया रहा। साध संगत, हर एक महापुरुष ने, हर एक अवतारी पुरुष ने, हर एक रब दे प्यारे ने उस परमात्मा दे सन्मुख इहो ही अरदास कीती है, इहो ही मंग मंगी है। उहदा कारण कि ये कोई बहुत वड्डी मंग है, ये कोई बहुत दुर्लभ चीज है, जिसनों के सतगुरु जी अरदास राही सदा वास्ते मंगते नहीं कि सदा वास्ते ही मैं धूड़ी बनिया रहा। साध संगत, अगली तुक दसदी है इहदा महात्म कि जे कोई धूड़ी बन जाता है फिर उहदा निवास ते उहदा दर्जा कित्थे पहुंच जाता है, उहदा निवास कित्थे हुंदा है, स्थान कित्थे हुंदा उहदा। नानक सरन तुहारिया पेखों सदा हजूर। बच्चे ने चुप करा दिया, उनके बाहर चले गए। नानक सरन तुहारिया पेखों सदा हजूर। कि हे वाहिगुरु, जे मैं तेरी धूड़ी बन के रहा ना चरनां दी, ते मैं फिर तेरी सरन विच आ जावांगा। ਉਹਨੂੰ ਸਥਾਨ ਪ੍ਰਾਪਤ ਹੁੰਦਾ ਵਾਹਿਗੁਰੂ ਦੀ ਸ਼ਰਨ। ਜੇ ਕੋਈ ਧੂੜੀ ਬਣ ਜਾਏ ਉਹ ਰੱਬ ਦੀ ਸ਼ਰਨ ਵਿੱਚ ਆ ਜਾਂਦਾ ਹੈ। ਨਾਨਕ ਸ਼ਰਨ ਤੁਹਾਰੀਆ ਪੇਖੋਂ ਸਦਾ ਹਜੂਰ। ਤੇ ਸਦਾ ਹੀ ਵਾਹਿਗੁਰੂ ਨੂੰ ਉਹ ਆਪਣੇ ਹਜੂਰ ਦੇਖਦਾ ਹੈ, ਭਾਵ ਸਾਹਮਣੇ ਦੇਖਦਾ ਹੈ। ਜਾਂ ਇੰਜ ਕਹਿ ਲਈਏ, ਉਹ ਸਦਾ ਹੀ ਪ੍ਰਮਾਤਮਾ ਦੀ ਹਜੂਰੀ ਵਿੱਚ ਰਹਿੰਦਾ ਹੈ। सदा वास्ते परमात्मा की हजूरी विच रहना, उहदा भाव है कि वह जिथे भी जाए उन्होंने हर थां ते परमात्मा दिखाई दिंदा है। भाव जी ने आपा गवा लिया, वो रब विच मिल जाता है। जिन्हें अपना आपा गवा लिया, असल विच
ਇੱਕ ਹੁੰਦਾ ਸੁਜਾਤੀ ਮੇਲ, ਇੱਕ ਹੁੰਦਾ ਵਿਜਾਤੀ ਮੇਲ। ਸੁਜਾਤੀ ਭਾਵ ਜਿਨ੍ਹਾਂ ਚੀਜ਼ਾਂ ਦੀ ਜਾਤ ਇੱਕ ਹੈ ਉਹਨਾਂ ਦਾ ਹੀ ਆਪਸ ਵਿੱਚ ਮੇਲ ਹੋ ਸਕਦਾ ਹੈ। ਵਿਜਾਤੀ ਜੋ ਚੀਜ਼ਾਂ ਨੇ ਉਹਨਾਂ ਦਾ ਆਪਸ ਵਿੱਚ ਮੇਲ ਪੂਰੀ ਤਰ੍ਹਾਂ ਨਹੀਂ ਹੁੰਦਾ। ਵਿਜਾਤੀ ਚੀਜ਼ਾਂ ਨੇ ਜਿਵੇਂ ਇੱਕ ਤੇਲ ਹੈ ਤੇ ਇੱਕ ਪਾਣੀ ਹੈ। ਪਾਣੀ ਤੇ ਤੇਲ ਨੂੰ ਤੁਸੀਂ ਮਿਕਸ ਤੇ ਕਰ ਸਕਦੇ ਹੋ, ਪਰ ਤੇਲ ਤੁਹਾਨੂੰ ਅਲੱਗ ਦਿਸੇਗਾ, ਪਾਣੀ ਅਲੱਗ ਦਿਸੇਗਾ, ਪੂਰੀ ਤਰ੍ਹਾਂ ਮਿਕਸ ਨਹੀਂ ਹੁੰਦੇ। ਹੋਰ ਵੀ ਕਈ ਚੀਜ਼ਾਂ ਨੇ ਜਿਨ੍ਹਾਂ ਦਾ ਵਿਜਾਤੀ ਮੇਲ ਹੈ, ਪਰ ਸੁਜਾਤੀ ਮੇਲ ਪਾਣੀ ਵਿੱਚ ਪਾਣੀ ਸਮਾ ਜਾਂਦਾ ਹੈ। ਪਾਣੀ ਵਿੱਚ ਪਾਣੀ ਪਾ ਦਿਓ, ਪਹਿਲਾਂ ਕਿਸੇ ਵੱਡੇ ਬਰਤਨ ਵਿੱਚ ਇੱਕ ਜੱਗ ਵਿੱਚ ਕੁਝ ਪਾਣੀ ਹੈ, ਉਹਦੇ ਵਿੱਚ ਗਲਾਸ ਪਾਣੀ ਦਾ ਹੋਰ ਪਾ ਦਿਓ। ਹੁਣ ਕੋਈ ਕਹੇ ਵੀ ਜਿਹੜਾ ਗਲਾਸ ਤੁਸੀਂ ਪਾਇਆ ਉਹਨੂੰ ਵਾਪਸ ਬਾਹਰ ਕੱਢੋ, ਉਹ ਨਹੀਂ ਨਿਕਲ ਸਕੇਗਾ, ਉਹਦੇ ਵਿੱਚ ਸਮਾ ਗਿਆ। ਪਾਣੀ ਵਿੱਚ ਪਾਣੀ ਸਮਾ ਸਕਦਾ ਹੈ, ਤੇਲ ਵਿੱਚ ਤੇਲ ਸਮਾ ਸਕਦਾ ਹੈ, ਦੁੱਧ ਵਿੱਚ ਦੁੱਧ ਸਮਾ ਸਕਦਾ ਹੈ। ਜਿਹੜੀਆਂ ਸੁਜਾਤੀ ਚੀਜ਼ਾਂ ਨੇ ਉਹ ਇੱਕ ਦੂਜੇ ਵਿੱਚ ਜਦੋਂ ਸਮਾਉਂਦੀਆਂ ਨੇ ਫਿਰ ਦਿਖਾਈ ਨਹੀਂ ਦਿੰਦੀਆਂ, ਇੱਕ ਰੂਪ ਹੋ ਜਾਂਦੀਆਂ ਨੇ। ਜਦੋਂ ਕੋਈ ਆਪਾ ਗਵਾ ਲੈਂਦਾ ਹੈ ਉਦੋਂ ਕੀ ਬਣ ਜਾਂਦਾ ਹੈ? ਆਪਾਂ ਕਹਿੰਦੇ ਨਾ ਰੱਬ ਵਿੱਚ ਮੇਲ ਹੋ ਜਾਂਦਾ ਹੈ ਜਦੋਂ ਕੋਈ ਆਪਾ ਗਵਾਉਂਦਾ ਹੈ। ਇਹਦਾ ਮਤਲਬ ਰੱਬ ਵੀ ਉਹ ਹੈ ਜਿਹਦੇ ਵਿੱਚ ਅੰਸ਼ ਮਾਤਰ ਵੀ ਮੈਂ ਨਹੀਂ। ਰੱਬ ਅੰਦਰ ਅੰਸ਼ ਮਾਤਰ ਵੀ ਮੈਂ ਨਹੀਂ। ਜਿਹੜਾ ਉਸ ਪਰਮਾਤਮਾ ਦਾ ਨਾਮ ਜਪਦਾ ਹੈ, ਆਪਾਂ ਕਹਿੰਦੇ ਆ ਨਾ ਉਹਦੇ ਵਿੱਚ ਰੱਬ ਵਾਲੇ ਗੁਣ ਆ ਗਏ। ਜਿਹੜਾ ਬਿਲਕੁਲ ਆਪਣਾ ਆਪਾ ਗਵਾ ਦੇਣਾ, ਇਹ ਮਹਾਂਪੁਰਸ਼ ਵਿੱਚ ਤੇ ਬਾਅਦ ਵਿੱਚ ਆਇਆ ਹੈ। ਪਹਿਲਾਂ ਇਹ ਗੁਣ ਰੱਬ ਦਾ ਹੈ। ਇਸ ਕਰਕੇ ਜਦੋਂ ਕਿਸੇ ਨੇ ਆਪਾ ਗਵਾ ਲਿਆ ਰੱਬ ਦਾ, ਤੇ ਉਹਦਾ ਸੁਜਾਤੀ ਮੇਲ ਹੋ ਜਾਂਦਾ ਹੈ, ਭਾਵ ਉਹੋ ਜਿਹੀ ਉਹ ਤੇ ਉਹੋ ਜਿਹੀ ਰੱਬ। ਫਿਰ ਜਦੋਂ ਮੇਲ ਹੁੰਦਾ ਫਿਰ ਵੱਖਰੇ ਵੱਖਰੇ ਦਿਖਾਈ ਨਹੀਂ ਦਿੰਦੇ। ਅਬ ਤੋਂ ਜਾਏ ਚੜੇ ਸਿੰਘਾਸਣ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ। ਤੇ ਕਬੀਰ ਸਾਹਿਬ ਅੱਗੇ ਵਾਸਤੇ ਕਹਿੰਦੇ ਕੋਈ ਨਾ ਸਕੈ ਪਛਾਣੀ। ਕਹਿੰਦੇ ਹੁਣ ਕੋਈ ਪਛਾਣ ਹੀ ਨਹੀਂ ਸਕਦਾ। ਰਾਮ ਤੇ ਕਬੀਰ ਇਉਂ ਇੱਕ ਹੋ ਗਏ ਨੇ, ਭਾਵ ਇਹ ਸੁਜਾਤੀ ਮੇਲ ਹੈ। ਜਿਵੇਂ ਪਾਣੀ 'ਚ ਪਾਣੀ ਮਿਲ ਗਿਆ ਨਹੀਂ ਪਛਾਣਿਆ ਜਾ ਸਕਦਾ, ਦੁੱਧ 'ਚ ਦੁੱਧ ਮਿਲ ਗਿਆ ਨਹੀਂ ਪਛਾਣਿਆ ਜਾ ਸਕਦਾ। ਜਿਹਨੇ ਆਪਾ ਗਵਾ ਦਿੱਤਾ, ਇਹ ਗੁਣ ਇਹ ਨਹੀਂ ਵੀ ਆਪਾ ਗਵਾਉਣ ਵਾਲੇ ਨੂੰ ਰੱਬ ਮਿਲ ਗਿਆ। ਰੱਬ ਵੀ ਅਸਲ ਵਿੱਚ ਉਹ ਹੈ ਜਿਹਨੇ ਆਪਾ ਗਵਾਇਆ ਹੋਇਆ ਹੈ। ਅਸਲ ਵਿੱਚ ਮੇਲ ਉਦੋਂ ਹੁੰਦਾ ਹੈ ਜਦੋਂ ਰੱਬ ਵਰਗਾ ਬਣ ਜਾਂਦਾ ਹੈ। ਕਬੀਰ ਸਾਹਿਬ ਜੀ ਨੇ ਪ੍ਰਮਾਣ ਦਿੱਤਾ ਹੈ ਆਪਣੀ ਬਾਣੀ ਦੇ ਅੰਦਰ, ਇਹਦਾ ਪ੍ਰਮਾਣ ਦਿੱਤਾ ਬਕਾਇਦਾ। ਕਬੀਰ ਸਾਹਿਬ ਜੀ ਨੇ ਪਹਿਲਾ ਪ੍ਰਮਾਣ ਦਿੱਤਾ ਵੀ ਕੋਈ ਰਸਤੇ ਦਾ ਰੋੜਾ ਬਣ ਜਾਏ, ਰੋੜੇ ਦੀ ਵੀ ਕੋਈ ਖਾਸ ਹੈਸੀਅਤ ਨਹੀਂ ਹੈ, ਕੋਈ ਚੁੱਕ ਕੇ ਇੱਧਰ ਸੁੱਟ ਦੇਵੇ, ਕੋਈ ਇੱਧਰ ਸੁੱਟ ਦੇਵੇ। ਕਹਿੰਦੇ ਰਸਤੇ ਦਾ ਰੋੜਾ ਬਣ ਜਾਏ, ਇਹ ਪਹਿਲੀ ਸਟੇਜ ਹੈ, ਪਰਮਾਤਮਾ ਨੂੰ ਮਿਲਣ ਦੀ ਪਹਿਲੀ ਸਟੇਜ ਹੈ। ਪਰ ਕਬੀਰ ਸਾਹਿਬ ਜੀ ਕਹਿੰਦੇ ਨਹੀਂ, ਅਜੇ ਪੂਰੀ ਤਰ੍ਹਾਂ ਨਹੀਂ ਮਿਲਿਆ। ਕਬੀਰ ਰੋੜਾ ਹੋਏ ਰਹੋ ਬਾਟਕਾ, ਤਜ ਮਨ ਕਾ ਅਭਮਾਨ। ਰੋੜਾ ਬਣਨ ਵੇਲੇ ਵੀ ਅਭਮਾਨ ਛੱਡਣਾ ਪੈਂਦਾ ਹੈ। ਰੋੜਾ ਬਣਨ ਵੇਲੇ ਵੀ ਅਭਮਾਨ ਦੀ ਮਾਤਰਾ ਛੱਡੀ ਹੈ, ਪਰ ਪੂਰੀ ਤਰ੍ਹਾਂ ਨਹੀਂ। ਤਜ ਮਨ ਕਾ ਅਭਮਾਨ, ਐਸਾ ਕੋਈ ਦਾਸ ਹੋਏ ਤਾਹੇ ਮਿਲੈ ਭਗਵਾਨ। ਕਹਿੰਦੇ ਕਬੀਰ ਰੋੜਾ ਹੁਆ ਤਾਂ ਕਿਆ ਪਿਆ, ਪੰਥੀ ਕੋ ਦੁੱਖ ਦੇ। ਪੰਥੀ ਮੈਨੇ ਹੁੰਦਾ ਹੈ ਪਾਂਧੀ, ਪਾਂਧੀ ਮੈਨੇ ਰਾਹੀ, ਰਾਹ ਤੇ ਤੁਰਨ ਵਾਲਾ। ਵੀ ਜਿਹੜਾ ਰਾਹ ਤੇ ਤੁਰਿਆ ਜਾਂਦਾ ਹੈ, ਵੀ ਕਿਸੇ ਵੇਲੇ ਉਹਨੂੰ ਠੇਡਾ ਵੱਜ ਜਾਂਦਾ ਹੈ, ਠੇਡਾ ਵੱਜਦਾ ਤੇ ਉਹਦੇ ਪੈਰ ਨੂੰ ਤਕਲੀਫ ਹੁੰਦੀ ਹੈ। ਕਹਿੰਦੇ ਜੇ ਰੋੜਾ ਬਣਿਆ ਹੈ ਤੇ ਫਿਰ ਕੀ ਹੋ ਗਿਆ, ਅਜੇ ਤੱਕ ਤਾਂ ਤੂੰ ਤਕਲੀਫ ਦੇਈ ਜਾ ਰਿਹਾ, ਅਜੇ ਤੱਕ ਰਾਹੀ ਪਾਂਧੀ ਦੇ ਪੈਰ ਵਿੱਚ ਜ਼ਖਮ ਕਰ ਰਿਹਾ ਤੂੰ।
ਠੇਡਾ ਵੱਜ ਕੇ ਜ਼ਖਮ ਵੀ ਹੋ ਜਾਂਦਾ ਹੈ ਨਾ। ਇਹਦਾ ਮਤਲਬ ਅਜੇ ਤੱਕ ਤੂੰ ਦੁੱਖ ਦੇਣਾ ਬੰਦ ਨਹੀਂ ਕੀਤਾ, ਤੂੰ ਆਪਣੀ ਹਸਤੀ ਮਿਟਾਈ ਨਹੀਂ, ਤੇਰੀ ਹਸਤੀ ਹਜੇ ਤੱਕ ਕਾਇਮ ਹੈ, ਤੇਰਾ ਆਪਾ ਗਵਾਚਿਆ ਨਹੀਂ ਬਿਲਕੁਲ। ਫਿਰ ਕਹਿੰਦੇ ਜੀ ਰੋੜੇ ਤੋਂ ਬਾਅਦ ਉਸ ਤੋਂ ਛੋਟੀ ਚੀਜ਼ ਕਿਹੜੀ ਹੈ? ਵੀ ਜੇ ਰੋੜੇ ਨੂੰ ਪੀਸ ਦਈਏ, ਹੁਣ ਜੇ ਰੋੜਾ ਪੀਸ ਦਿੱਤਾ ਜਾਏ ਫਿਰ ਕੀ ਬਣ ਜਾਂਦਾ? ਮਿੱਟੀ। ਹੁਣ ਮਿੱਟੀ ਦੇ ਵਿੱਚ ਪੈਰ ਵੱਜ ਵੀ ਜਾਏ ਤੇ ਸੱਟ ਨਹੀਂ ਵੱਜਦੀ, ਤਕਲੀਫ ਨਹੀਂ ਹੁੰਦੀ। ਫਿਰ ਕਬੀਰ ਸਾਹਿਬ ਜੀ ਨੇ ਉਸ ਤੋਂ ਅਗਲੀ ਸਟੇਜ ਦੱਸੀ। कबीर रोड़ा हुआ तो क्या भया पंथी को दुख दे, ऐसा तेरा दास है जो धरनी में खे। भी जिवें धरती विच खे पई है, भाव मिट्टी पई है, तेरे दास नूं इहो जिहा होना चाहिए मिट्टी वर्गा। फिर किसी जग्यासू ने पूछया जी जदों मिट्टी वर्गा बन गया तो बिल्कुल रब विच समा गया? कबीर साहब जी कहते नहीं, हजे नहीं, हजे तक भी कुछ परसेंटेज हौमे दी बची है। कहते जी किवें? कहते हुण मिट्टी दी उदाहरण लै लो, भी मिट्टी जिहड़ी है ना सट ते नहीं मारदी, पर मिट्टी नाल नाले ते कपड़े गंदे हुंदे ने, नाले तन गंदा हुंदा है। आपां इशनान करदे हां ते मैल शरीर तो उतरदी है, वो भी मिट्टी द्वारा लगदी है। ਆਪਾਂ ਕੱਪੜੇ ਧੋਂਦੇ ਹਾਂ, ਉਹਦੇ ਵਿੱਚੋਂ ਵੀ ਮੈਲ ਨਿਕਲਦੀ ਹੈ, ਉਹ ਵੀ ਕੱਪੜੇ ਮੈਲੇ ਧੂੜ ਮਿੱਟੀ ਨਾਲ ਹੀ ਹੁੰਦੇ ਨੇ ਨਾ। ਹੁਣ ਕਬੀਰ ਸਾਹਿਬ ਜੀ ਕਹਿੰਦੇ ਵੀ ਅਜੇ ਤੱਕ ਮਿੱਟੀ ਬਣ ਕੇ ਵੀ ਰੱਬ ਵਿੱਚ ਸਮਾਈ ਨਹੀਂ। ਕਬੀਰ ਖੇ ਹੋਈ ਤੋ ਕਿਆ ਭਇਆ, ਜੋ ਉੱਡ ਲੱਗੈ ਅੰਗ, ਜਿਹੜੀ ਉੱਡ ਕੇ ਅੰਗਾਂ ਨੂੰ ਲੱਗਦੀ ਹੈ, ਜੋ ਉੱਡ ਲੱਗੈ ਅੰਗ। फिर कहते जी क्यों जा होना चाहिए? कहते हर जन ऐसा चाहिए जो पानी सरबंग। कहते हरी दा जन पानी वर्गा होना चाहिए। फिर कबीर साहब जी नूं पुछया कि महाराज पानी वर्गा बन के हुण बिल्कुल रब वर्गा बन गया, हुण ते कोई कमी नहीं, हुण ते सारी दी सारी हौमे चली गई। कबीर साहब जी कहते नहीं, हजे भी नहीं गई, हजे रब वर्गा नहीं बनिया। फिर कहते जी की कमी रह गई? हुण पहला रोड़ा वो सट मारदा सी, फिर मिट्टी वो तन खराब करदी सी, मलीन करदी सी, कपड़ियां नूं मलीन करदी सी, ते पानी ना ते सट मारदा है, ना कपड़े ते शरीर नूं गंदा करदा है। फिर पानी भला की तकलीफ दिंदा है? कहते पानी सुभाव बदलदा है, कदे गर्म हो जाता, कदे ठंडा हो जाता है। जिहड़ा रब दा प्यारा है वो एक रस एक सुभाव विच टिक जाता है, उहनूं कहंदे ने सहज अवस्था। सहज अवस्था भाव बिल्कुल एक रस, जिवें रब एक रस है परमात्मा। कहते पर पानी किते गर्म हो जाता, किते ठंडा हो जाता है। जे अग बाल दो गर्म हो जाएगा, जे तुसी किसी ठंडी थां ते रख दो, फ्रिज विच रख दो ठंडा हो जाएगा, जे धुप विच रख दो तत्ता हुंदा है, छां विच रख दो ठंडा हुंदा है। इहदा मतलब गर्म ते ठंडा होना सुभाव बदलता है, किते गर्म हो गया किते ठंडा हो गया। कबीर पानी हुआ तो क्या भया, सीरा ताता होए। सीरा मैंने ठंडा शीतल ते तत्ता मैंने गर्म, जो सीरा ताता होए। फिर कहते हर जन ऐसा चाहिए। कहते फिर दसो जी, ना रोड़े वर्गा, ना मिट्टी वर्गा, ना पानी वर्गा, फिर हरी दा जन क्यों जा होना चाहिए भी ओदी रब विच पूर्ण तौर ते समाई हो जाए। ते कबीर साहब जी कहते जे पूर्ण तौर ते समाई दी गल करदे हो, फिर ते हरी दा जन हरी वर्गा ही होना चाहिए। उच्चारण करो सतनाम श्री वाहिगुरू। हर जन ऐसा चाहिए जैसा हर ही होए। हरी वर्गा होके ही सुजाती मेल है। पानी विच पानी
ਜਿਵੇਂ ਮਿਲ ਜਾਂਦਾ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਜੋਤ ਵਿੱਚ ਜੋਤ ਆਏ ਮਿਲਦੀ ਹੈ ਜਿਵੇਂ ਪਾਣੀ ਵਿੱਚ ਪਾਣੀ ਮਿਲਦਾ ਹੈ, ਜਿਵੇਂ ਦੁੱਧ ਵਿੱਚ ਦੁੱਧ ਮਿਲਦਾ ਹੈ। ਤੇ ਸਾਧ ਸੰਗਤ, ਗੁਰੂ ਸਾਹਿਬ ਜੀ ਇੱਥੇ ਫਰਮਾਨ ਕਰਦੇ ਨੇ ਇਹਨਾਂ ਤੁਕਾਂ ਦੇ ਅੰਦਰ, ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਧੂਰ, ਨਾਨਕ ਸਰਨ ਤੁਹਾਰੀਆ ਪੇਖੋਂ ਸਦਾ ਹਜੂਰ। ਕਿ ਮਹਾਰਾਜ ਮੈਂ ਸਦਾ ਹੀ ਤੇਰੇ ਚਰਨਾਂ ਦੀ ਧੂੜ ਬਣਿਆ ਰਹਾ। ਅਸਲ ਵਿੱਚ ਚਰਨਾਂ ਦੀ ਧੂੜ, ਇੱਕ ਤੇ ਧੂੜ ਆਮ ਪਈ ਹੈ, ਇੱਕ ਚਰਨਾਂ ਦੀ ਧੂੜ, ਉਹਦੇ ਵਿੱਚ ਬੜਾ ਫਰਕ ਹੈ। ਆਮ ਧੂੜੀ ਦੀ, ਆਮ ਮਿੱਟੀ ਦੀ ਕੋਈ ਵੈਲਿਊ ਨਹੀਂ। ਜਿਹੜੀ ਚਰਨਾਂ ਦੀ ਧੂੜੀ ਹੈ ਉਹਦੀ ਬੜੀ ਕੀਮਤ ਹੈ। ਚਰਨਾਂ ਦੀ ਧੂੜੀ, ਉਹਦੀ ਕਿੰਨੀ ਕੁ ਕੀਮਤ ਹੈ। ਉਹਦਾ ਇੱਕ ਜਰਰਾ ਵੀ, ਉਹਦਾ ਇੱਕ ਕਿਣਕਾ ਵੀ ਜੇ ਕਿਸੇ ਦੇ ਉੱਤੇ ਪੈ ਜਾਏ, ਜਿਹਦੇ ਉੱਤੇ ਪਿਆ ਉਹਨੂੰ ਕੋਈ ਪਤਾ ਨਾ ਹੋਏ ਕਿ ਮੇਰੇ ਉੱਤੇ ਕਿਸੇ ਰੱਬੀ ਚਰਨਾਂ ਦੀ ਧੂੜ ਪੈ ਚੁੱਕੀ ਹੈ, ਉਹਨੂੰ ਆਪ ਨੂੰ ਬਿਲਕੁਲ ਹੀ ਨੌਲੇਜ ਨਾ ਹੋਏ, ਉਹਨੂੰ ਪਤਾ ਹੀ ਨਾ ਹੋਏ ਵੀ ਕੀ ਵਾਪਰ ਗਿਆ ਮੇਰੇ ਨਾਲ। ਸਾਧ ਸੰਗਤ, ਇਸ ਭਾਵ ਦੀ ਸਾਖੀ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਆਪਣੇ ਬਚਨਾਂ ਦੇ ਵਿੱਚ ਸੁਣਾਉਂਦੇ ਨੇ। ਬਾਬਾ ਜੀ ਕਹਿੰਦੇ, ਇੱਕ ਸ਼ਾਹੂਕਾਰ ਜਿਹੜਾ ਸੰਸਾਰੀ ਕੰਮਾਂ ਵਿੱਚ ਖੱਚਤ, ਜਿਹਨੂੰ ਕੋਈ ਪਰਮਾਤਮਾ ਦੀ ਸੋਝੀ ਨਹੀਂ, ਜਿਹਨੇ ਕਿਤੇ ਸਿਮਰਨ ਨਹੀਂ ਕੀਤਾ, ਕਿਤੇ ਕੋਈ ਸੇਵਾ ਨਹੀਂ ਕੀਤੀ, ਕਿਤੇ ਉਹਨੇ ਰੱਬ ਨੂੰ ਯਾਦ ਨਹੀਂ ਕੀਤਾ, ਉਹਨੂੰ ਕੇਵਲ ਦੁਨਿਆਵੀ ਕੰਮ ਧੰਦੇ ਦਾ ਹੀ ਫਿਕਰ ਹੈ, ਆਪਣੇ ਦੁਨਿਆਵੀ ਕੰਮ ਧੰਦੇ ਵਿੱਚ ਖੱਚਤ ਹੈ, ਪੈਸਾ ਉਹਦੇ ਪਾਸ ਬਹੁਤ ਹੈ ਤੇ ਸਾਰਾ ਦਿਨ ਉਹਦਾ ਧਿਆਨ ਉਸੇ 'ਚ ਹੀ ਲੱਗਿਆ ਰਹਿੰਦਾ ਹੈ। ਕਹਿੰਦੇ ਉਹਦੀ ਦੁਕਾਨ ਦੇ ਅੱਗੋਂ ਇੱਕ ਕਮਾਈ ਵਾਲੇ ਮਹਾਪੁਰਸ਼, ਜਿਹੜੇ ਉਸ ਪਰਮੇਸ਼ਰ ਦੇ ਚਰਨਾਂ ਦੀ ਧੂੜ ਬਣੇ ਹੋਏ ਨੇ, ਉਹ ਕੁਦਰਤੀ ਉਹਦੀ ਦੁਕਾਨ ਦੇ ਅੱਗੋਂ ਦੀ ਲੰਘੇ, ਸੁਭਾਵਕ। ਹੁਣ ਉਹਦੀ ਦੁਕਾਨ ਦੇ ਸਾਹਮਣੇ ਵੀ ਮਹਾਪੁਰਸ਼ਾਂ ਦੇ ਚਰਨ ਟਿਕੇ, ਮਹਾਪੁਰਸ਼ ਅੱਗੇ ਚਲੇ ਗਏ। ਜਿੱਥੇ ਉਹਨਾਂ ਦੇ ਚਰਨ ਟਿਕੇ ਸਨ, ਹਵਾ ਦਾ ਬੁੱਲਾ ਆਇਆ, ਚਰਨਾਂ ਵਾਲੀ ਥਾਂ ਤੋਂ ਮਿੱਟੀ ਨਹੀਂ ਉੱਡੀ, ਚਰਨਾਂ ਵਾਲੀ ਥਾਂ ਤੋਂ ਚਰਨ ਧੂੜ ਉੱਡੀ। ਮਿੱਟੀ ਤੇ ਆਮ ਹੁੰਦੀ ਹੈ, ਜਿੱਥੇ ਚਰਨ ਟਿਕ ਜਾਣ ਉਹਨੂੰ ਮਿੱਟੀ ਨਹੀਂ ਕਿਹਾ ਜਾਂਦਾ। ਮਿੱਟੀ ਤੇ ਉਹ ਹੈ ਵਿਚਾਰੀ ਜਿਹਨੂੰ ਕਿਸੇ ਦੇ ਚਰਨ ਸਪਰਸ਼ ਨਹੀਂ ਹੋਏ। ਜਿਹਨੂੰ ਸਾਧ ਸੰਗਤ ਦੇ ਚਰਨ ਵੀ ਸਪਰਸ਼ ਹੋ ਜਾਣ, ਉਹ ਵੀ ਮਿੱਟੀ ਨਹੀਂ ਰਹਿੰਦੀ, ਉਹ ਸਾਧ ਸੰਗਤ ਦੇ ਚਰਨਾਂ ਦੀ ਧੂੜ ਹੋ ਜਾਂਦੀ ਹੈ। ਸੋ ਜਿੱਥੇ ਮਹਾਪੁਰਸ਼ਾਂ ਦੇ ਚਰਨ ਟਿਕੇ ਸਨ, ਉੱਥੋਂ ਚਰਨ ਧੂੜ ਉੱਡੀ, ਹਵਾ ਨੇ ਉਡਾਈ। ਤੇ ਹੁਣ ਜਿਹੜੀ ਹਵਾ ਦੇ ਨਾਲ ਮਿੱਟੀ ਸੁਭਾਵਿਕ ਉੱਡਦੀ ਹੈ, ਉਹ ਤਨ ਤੇ ਪੈ ਜਾਂਦੀ ਹੈ ਨਾ। ਹੁਣ ਤਨ ਤੇ ਆਪਣੇ ਕਈ ਵਾਰ ਮਿੱਟੀ ਦੇ ਜਰਰੇ ਦਿਨ ਵਿੱਚ ਪੈਂਦੇ ਨੇ, ਪਰ ਆਪਾਂ ਨੂੰ ਕੋਈ ਪਤਾ ਲੱਗਦਾ ਨਹੀਂ, ਪਤਾ ਲੱਗਦਾ। ਬਸ ਉਦੋਂ ਹੀ ਪਤਾ ਲੱਗਦਾ ਵੀ ਕੱਪੜਾ ਜਿਹੜਾ ਪਾਇਆ ਸੀ, ਸਵੇਰੇ ਪਾਇਆ ਸੀ, ਸ਼ਾਮ ਨੂੰ ਮੈਲਾ ਵੀ ਹੋ ਗਿਆ। ਮੈਲਾ ਕੀਤਾ ਕੀ ਨੇ? ਧੂੜੀ ਨੇ, ਮਿੱਟੀ ਨੇ। ਇਸੇ ਤਰ੍ਹਾਂ ਉਸ ਸ਼ਾਹੂਕਾਰ ਦੇ ਉੱਤੇ ਮਹਾਪੁਰਸ਼ਾਂ ਦੇ ਚਰਨਾਂ ਦੀ ਧੂੜ ਉੱਡ ਕੇ ਪੈ ਗਈ। ਉਹ ਆਪਣੇ ਦੁਨਿਆਵੀ ਕੰਮ ਧੰਦਿਆਂ ਵਿੱਚ ਲੱਗਿਆ ਰਿਹਾ। ਜਦੋਂ ਉਹਦਾ ਜ਼ਿੰਦਗੀ ਦਾ ਅੰਤ ਵੇਲਾ ਆਇਆ, ਉਹ ਸੰਸਾਰ ਛੱਡ ਕੇ ਚਲਾ ਗਿਆ। ਅਖੀਰ ਕਿਉਂਕਿ ਦੁਨਿਆਵੀ ਧੰਦਿਆਂ ਵਿੱਚ ਹੀ ਸਾਰੀ ਜ਼ਿੰਦਗੀ ਗੁਜ਼ਾਰੀ ਸੀ, ਇਸ ਕਰਕੇ ਵਸ ਕਿਹਦੇ ਪਿਆ? ਧਰਮਰਾਜ ਦੇ।
ਧਰਮਰਾਜ ਨਾਲ ਲੈਣ ਦੇਣ ਤੇ ਵਾਹ ਪਤਾ ਕਿਹਦਾ ਪੈਂਦਾ ਹੈ? ਜਿਹੜੇ ਇਸ ਦਰ ਤੋਂ ਵਾਂਝੇ ਰਹਿ ਜਾਂਦੇ ਨੇ, ਜਿਹੜੇ ਇਸ ਦਰ ਤੋਂ ਵਾਂਝੇ ਨੇ, ਜਿਹੜੇ ਗੁਰੂ ਦੀ ਚਰਨ ਸ਼ਰਨ ਵਿੱਚ ਨਹੀਂ ਆਉਂਦੇ, ਜਿਹੜੇ ਕਿਸੇ ਕਮਾਈ ਵਾਲੇ ਮਹਾਂਪੁਰਸ਼ਾਂ ਦੇ ਦਰਸ਼ਨ ਤੇ ਉਹਦੀ ਸੰਗਤ ਵਿੱਚ ਨਹੀਂ ਬੈਠਦੇ, ਜਿਨ੍ਹਾਂ ਨੂੰ ਨਹੀਂ ਨਸੀਬ ਹੁੰਦੀ, ਉਹਨਾਂ ਦਾ ਵਾਹ ਧਰਮਰਾਜ ਨਾਲ ਪੈਂਦਾ ਹੈ। ਪਰਮਾਤਮਾ ਨੇ ਧਰਮਰਾਜ ਦੀ ਡਿਊਟੀ ਹੀ ਇਸੇ ਕੰਮ ਦੀ ਲਾਈ ਹੈ ਕਿ ਜਿਹੜੇ ਜੀਵ ਮੈਂ ਪੈਦਾ ਕੀਤੇ ਨੇ ਸੰਸਾਰ ਵਿੱਚ, ਉਹਨਾਂ ਜੀਵਾਂ ਦਾ ਲੇਖਾ ਜੋਖਾ ਤੂੰ ਕਰਨਾ ਹੈ। ਨਾਨਕ ਜੀ ਉਪਾਏ ਕਹਿ ਲਿਖ ਨਾਮੈ, ਨਾਮੈ ਤੋਂ ਭਾਵ ਲੇਖਾ ਜੋਖਾ। ਉਹਦੇ ਵਾਸਤੇ ਕਿਹਨੂੰ ਬਹਾਲਿਆ ਪ੍ਰਮਾਤਮਾ ਨੇ, ਕਿਹਨੂੰ ਬਿਠਾਇਆ ਹੈ? ਲਿਖ ਨਾਮੈ, ਧਰਮ ਬਹਾਲਿਆ। ਧਰਮ ਮੈਨੇ ਧਰਮਰਾਜ, ਕਹਿੰਦੇ ਉਹਦਾ ਦਾ ਲੇਖਾ ਜੋਖਾ ਕਰਨ ਲਈ ਧਰਮਰਾਜ ਨੂੰ ਬਿਠਾਇਆ ਹੈ। ਲਿਖ ਨਾਮੈ, ਧਰਮ ਬਹਾਲਿਆ। ਤੇ ਉਹਦੇ ਦਰ ਤੇ ਉੱਥੇ ਸੱਚਾ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜ ਮਾਲਿਆ। ਕਹਿੰਦੇ ਉੱਥੇ ਸੱਚ ਹੀ ਨਿਬੜਦਾ ਹੈ। ਜਜਮਾਲਿਆ ਤੋਂ ਭਾਵ ਜਿਹੜੇ ਪਾਪ ਕਰਨ ਵਾਲੇ ਪਾਪੀ, ਉਹਨਾਂ ਨੂੰ ਚੁਣ ਕੇ ਵੱਖ ਕੱਢ ਲਿਆ ਜਾਂਦਾ ਹੈ। ਚੁਣ ਵੱਖ ਕੱਢੇ ਜਜਮਾਲਿਆ, ਥਾਉ ਨਾ ਪਾਇਨ ਕੂੜਿਆਰ। ਕਹਿੰਦੇ ਜਿਹੜੇ ਕੂੜਿਆਰ ਨੇ, ਇੱਕ ਹੁੰਦੇ ਨੇ ਸਚਿਆਰ, ਇੱਕ ਹੁੰਦੇ ਨੇ ਕੂੜਿਆਰ। ਸਚਿਆਰ ਤੇ ਕੂੜਿਆਰ ਵਿੱਚ ਫਰਕ ਹੈ। ਸਚਿਆਰ ਉਹ ਨੇ ਜਿਨ੍ਹਾਂ ਦਾ ਆਚਾਰ ਸੱਚਾ ਹੈ, ਜਿਨ੍ਹਾਂ ਦੇ ਆਚਰਣ ਵਿੱਚ, ਜਿਨ੍ਹਾਂ ਦੇ ਆਚਾਰ ਵਿੱਚ ਸੱਚ ਆ ਗਿਆ, ਉਹ ਨੇ ਸਚਿਆਰ। ਜਿਨ੍ਹਾਂ ਦੇ ਸਾਰੇ ਕੰਮ ਸਚਿਆਰੇ ਨੇ, ਭਾਵ ਹਰ ਕੰਮ ਦੇ ਮੂਹਰੇ ਸੱਚ ਖੜੋਤਾ ਹੈ, ਸੱਚ ਨੂੰ ਅੱਗੇ ਰੱਖ ਕੇ ਹਰ ਕੰਮ ਕੀਤਾ ਹੈ, ਉਹਨਾਂ ਨੂੰ ਕਿਹਾ ਜਾਂਦਾ ਸਚਿਆਰ। ਜਿਨ੍ਹਾਂ ਦਾ ਆਚਾਰ ਹੀ ਸੱਚਾ ਹੋ ਗਿਆ, ਭਾਵ ਉਹਨਾਂ ਕੋਲੋਂ ਕੋਈ ਕੰਮ ਮਾੜਾ ਹੋ ਹੀ ਨਹੀਂ ਸਕਦਾ। ਇੱਕ ਸਚਿਆਰ ਨੇ, ਦੂਜੇ ਉਹਨੇ ਕੂੜਿਆਰ। ਕੂੜਿਆਰ ਦਾ ਮਤਲਬ ਜਿਹੜੇ ਹਰ ਕੰਮ ਨੂੰ ਕਰਨ ਵੇਲੇ ਕੂੜ ਨੂੰ ਅੱਗੇ ਰੱਖਦੇ ਨੇ, ਜਿਨ੍ਹਾਂ ਦਾ ਆਚਾਰ ਕੂੜਾ ਹੈ, ਭਾਵ ਝੂਠਾ ਹੈ, ਉਹਨੇ ਕੂੜਿਆਰ। ਥਾਉ ਨਾ ਪਾਇਨ ਕੂੜਿਆਰ, ਉਹਨਾਂ ਨੂੰ ਰੱਬ ਦੀ ਦਰਗਾਹ ਵਿੱਚ ਥਾਂ ਨਹੀਂ ਮਿਲਦੀ। ਮੂੰਹ ਕਾਲਾ, ਉਹਨਾਂ ਦੇ ਮੂੰਹ ਕਾਲੇ ਹੁੰਦੇ ਨੇ। ਦੋਜਕ ਚਾਲਿਆ, ਤੇ ਉਹਨਾਂ ਨੂੰ ਦੋਜਕ ਵੱਲ ਨੂੰ ਚਲਾ ਦਿੱਤਾ ਜਾਂਦਾ। ਚਾਲਿਆ ਮੈਨੇ ਚਲਾ ਦਿੱਤਾ ਗਿਆ, ਭਾਵ ਕੋਈ ਬੰਦੇ ਨੇ ਜਿਹੜੇ ਮਗਰ ਉਹਨੂੰ ਲੈ ਕੇ ਜਾ ਰਹੇ ਨੇ ਵੀ ਚੱਲ ਬਈ ਉਧਰ ਨੂੰ। ਥਾਉ ਨਾ ਪਾਇਨ ਕੂੜਿਆਰ, ਮੂੰਹ ਕਾਲਾ ਦੋਜਕ ਚਾਲਿਆ, ਤੇਰਾ ਨਾਏ ਰੱਤੇ। ਜਿਹੜੇ ਤੇਰੇ ਨਾਮ ਵਿੱਚ ਰੱਤੇ, ਰੰਗ ਰਤੜੇ, ਤੇਰਾ ਨਾਏ ਰੱਤੇ ਸਿਜਣ ਗਏ। ਉਹ ਕਹਿੰਦੇ ਜਿੱਤ ਗਏ, ਤੇਰੇ ਨਾਮ ਵਿੱਚ ਰੱਤੇ ਸਨ, ਉਹ ਜਿੱਤ ਗਏ। ਕੀ? ਆ ਜੀਵਨ ਦੀ ਬਾਜੀ। ਤੇਰਾ ਨਾਏ ਰੱਤੇ ਸਿਜਣ ਗਏ, ਹਾਰ ਗਏ ਸੇ ਠੱਗਣ ਵਾਲਿਆਂ। ਇਹਦੇ ਦੋ ਅਰਥ ਨੇ। ਇੱਕ ਤੇ ਪਹਿਲੀ ਤੁਕ ਦੇ ਨਾਲ ਜੋੜੋ ਵੀ ਤੇਰੇ ਨਾਮ ਵਿੱਚ ਰੱਤੇ ਸਨ, ਉਹ ਜਿੱਤ ਗਏ, ਤੇ ਉਹਨਾਂ ਦੇ ਸਾਹਮਣੇ ਜਿਹੜੇ ਠੱਗਣ ਵਾਲੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਨ, ਉਹ ਹਾਰ ਗਏ। ਇੱਕ ਤੇ ਅਰਥ ਇਹ ਨੇ। ਦੂਜੇ ਅਰਥ ਇਹ ਨੇ, ਤੇਰੇ ਨਾਏ ਰੱਤੇ ਸੇ ਜਿਣ ਗਏ, ਹਾਰ ਗਏ ਸੇ ਠੱਗਣ ਵਾਲਿਆ। ਭਾਵ ਜਿਹੜੇ ਇੱਥੇ ਆ ਕੇ ਲੋਕਾਂ ਨੂੰ ਠੱਗਦੇ ਰਹੇ, ਉਹ ਜੀਵਨ ਦੀ ਬਾਜੀ ਹਾਰ ਗਏ। ਨਾਮ ਵਿੱਚ ਰੱਤੇ ਸਨ, ਉਹ ਜਿੱਤ ਗਏ। ਲਿਖ ਨਾਮੈ, ਧਰਮ ਬਹਾਲਿਆ। ਕਹਿੰਦੇ ਅਖੀਰ ਨੂੰ ਵਾਹ ਪਿਆ ਧਰਮਰਾਜ ਦੇ ਨਾਲ। ਜਮਦੂਤਾਂ ਨੂੰ ਕਿਹਾ ਵੀ ਇਹਨੂੰ ਫੜ ਕੇ ਲੈ ਕੇ ਆਓ। ਸਾਧ ਸੰਗਤ, ਜਮਦੂਤ ਪਕੜ ਕੇ ਉਹਨਾਂ ਨੇ ਲਿਜਾ ਕੇ ਤੇ ਧਰਮਰਾਜ ਦੇ ਜਦੋਂ ਪੇਸ਼ ਕਰਨਾ ਹੀ ਸੀ ਨਾ, ਤੇ ਨਰਕਾਂ ਵਿੱਚ ਲੈ ਕੇ ਗਏ।
ਜਦੋਂ ਨਰਕਾਂ ਵਿੱਚ ਲੈ ਕੇ ਜਮਜੂਤ ਵੜੇ, ਜਿਹੜੇ ਨਰਕ ਸਨ ਨਾ ਉਹ ਇੱਕਦਮ ਠੰਡੇ ਹੋ ਗਏ। ਤਪ ਰਹੇ ਸਨ ਜਿਹੜੇ ਜੀਵਾਂ ਨੂੰ ਸਜ਼ਾਵਾਂ ਦੇਣ ਵਾਸਤੇ, ਸਾਰੇ ਨਰਕ ਸਨ ਜਿਹੜੇ ਠੰਡੇ ਹੋ ਗਏ, ਤੇ ਜਿਹੜੇ ਜੀਵ ਰੋਕ ਰਲਾ ਰਹੇ ਸਨ ਉਹ ਸ਼ਾਂਤ ਹੋ ਗਏ। ਹੁਣ ਇੱਕਦਮ ਧਰਮਰਾਜ ਨੇ ਦੇਖਿਆ ਕਿ ਵੀ ਕਿਸੇ ਪੁੰਨੀ ਬੰਦੇ ਦੇ ਆਉਣ ਨਾਲ ਹੀ ਨਰਕ ਜਿਹੜੇ ਨੇ ਉਹ ਠੰਡੇ ਹੁੰਦੇ ਨੇ ਤੇ ਜੀਵਾਂ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ, ਲੇਕਿਨ ਇਹ ਤੇ ਪਾਪੀ ਬੰਦਾ ਹੈ। ਧਰਮਰਾਜ ਨੇ ਫੇਰ ਚੰਗੀ ਤਰ੍ਹਾਂ ਉਹਦਾ ਜਿਹੜਾ ਲੇਖਾ ਜੋਖਾ ਸੀ ਨਾ, ਉਹ ਲੇਖੇ ਜੋਖੇ ਨੂੰ ਫਿਰ ਦੇਖਿਆ। ਲੇਖਾ ਜੋਖਾ ਦੇਖਿਆ, ਦੇਖ ਕੇ ਕਹਿਣ ਲੱਗਿਆ ਨਹੀਂ ਇਹ ਤੇ ਪਾਪੀ ਹੈ। ਇੱਕ ਵਾਰੀ ਤੇ ਉਹਨੂੰ ਬਾਹਰ ਲੈ ਗਏ, ਜਦੋਂ ਦੁਬਾਰਾ ਨਰਕ ਵਿੱਚ ਫੇਰ ਲੈ ਕੇ ਆਏ, ਨਰਕ ਫੇਰ ਸ਼ਾਂਤ ਹੋ ਗਏ। ਹੁਣ ਜਿਹੜਾ ਧਰਮਰਾਜ ਹੈ ਨਾ, ਉਹ ਘਬਰਾ ਗਿਆ ਵੀ ਇਹ ਹੋ ਕੀ ਰਿਹਾ ਹੈ। ਧਰਮਰਾਜ ਨੇ ਪ੍ਰਮਾਤਮਾ ਨੂੰ ਬੇਨਤੀ ਕੀਤੀ, ਵਾਹਿਗੁਰੂ ਤੁਸੀਂ ਮੇਰੀ ਡਿਊਟੀ ਲਾਈ ਹੈ ਜੀਵਾਂ ਦਾ ਲੇਖਾ ਜੋਖਾ ਕਰਨ ਵਾਸਤੇ, ਪਰ ਅੱਜ ਇੱਕ ਜੀਵ ਐਸਾ ਆਇਆ ਹੈ ਤੇ ਉਹ ਪਾਪੀ, ਉਹਨੇ ਜੀਵਨ ਵਿੱਚ ਕੋਈ ਕੰਮ ਚੰਗਾ ਨਹੀਂ ਕੀਤਾ, ਪਰ ਜਦੋਂ ਉਹ ਨਰਕਾਂ 'ਚ ਪ੍ਰਵੇਸ਼ ਕਰਦਾ, ਨਰਕ ਸਾਰੇ ਹੀ ਠੰਡੇ ਹੋ ਜਾਂਦੇ ਨੇ, ਤੇ ਮੈਂ ਜਦੋਂ ਤੱਕ ਚੰਗੀ ਤਰ੍ਹਾਂ ਦੇਖ ਨਾ ਲਵਾਂ ਮੈਂ ਉਹਨੂੰ ਸਜ਼ਾ ਨਹੀਂ ਦੇ ਸਕਦਾ। ਕਹਿੰਦੇ ਪਰਮਾਤਮਾ ਨੇ ਹੁਕਮ ਕੀਤਾ ਧਰਮਰਾਜ ਨੂੰ ਕਿ ਤੂੰ ਨਾ ਦਿਵ ਦ੍ਰਿਸ਼ਟੀ ਨਾਲ ਦੇਖ। ਦਿਵ ਦ੍ਰਿਸ਼ਟੀ ਭਾਵ ਕਿ ਜਿਹੜੀ ਆਮ ਦ੍ਰਿਸ਼ਟੀ ਹੈ ਉਹਨੂੰ ਛੱਡ ਕੇ ਦਿਵ ਦ੍ਰਿਸ਼ਟੀ, ਦੈਵੀ ਦ੍ਰਿਸ਼ਟੀ, ਉਹਦੇ ਨਾਲ ਦੇਖ। ਜਦੋਂ ਧਰਮਰਾਜ ਨੇ ਕਹਿੰਦੇ ਦਿਵ ਦ੍ਰਿਸ਼ਟੀ ਨਾਲ ਦੇਖਿਆ ਨਾ, ਫਿਰ ਬੜੀ ਗਹਿਰਾਈ ਵਿੱਚ ਜਾ ਕੇ ਦੇਖਿਆ ਵੀ ਹੋਰ ਤੇ ਇਹਨੇ ਕੋਈ ਚੰਗਾ ਕੰਮ ਨਹੀਂ ਕੀਤਾ, ਬਸ ਇੱਕ ਗੱਲ ਇਹਦੇ ਜੀਵਨ ਵਿੱਚ ਐਸੀ ਵਾਪਰ ਗਈ, ਉਹ ਕੁਦਰਤੀ ਵਾਪਰ ਗਈ। ਉਹ ਕਿਵੇਂ? ਵੀ ਇਹਦੀ ਦੁਕਾਨ ਦੇ ਅੱਗੋਂ ਦੀ ਕੋਈ ਬਹੁਤ ਕਮਾਈ ਵਾਲੇ ਮਹਾਂਪੁਰਸ਼ ਲੰਘ ਗਏ, ਨਾ ਇਹਨੂੰ ਪਤਾ ਵੀ ਉਹ ਕਮਾਈ ਵਾਲੇ ਨੇ, ਨਾ ਮਹਾਂਪੁਰਸ਼ਾਂ ਦੀ ਕੋਈ ਨਜ਼ਰ ਉਹਦੇ ਤੇ ਪਈ, ਉਹ ਲੰਘ ਗਏ ਕੁਦਰਤੀ। ਹਵਾ ਦਾ ਬੁੱਲਾ ਆਇਆ, ਉਹਨਾਂ ਦੀ ਚਰਨ ਧੂੜ ਉੱਡ ਕੇ ਇਹਦੇ ਤਨ ਤੇ ਪੈ ਗਈ। ਹੁਣ ਉਸ ਚਰਨ ਧੂੜ ਦਾ ਫਲ ਮਹਾਤਮ ਕਿ ਇਹਦੀ ਜ਼ਿੰਦਗੀ ਦੇ ਸਾਰੇ ਪਾਪ ਕੱਟੇ ਗਏ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਇਹਦੀ ਜ਼ਿੰਦਗੀ ਦੇ ਪਾਪ ਉਸ ਚਰਨ ਧੂੜ ਨੇ ਕੱਟ ਦਿੱਤੇ। ਆਪਣੀ ਜ਼ਿੰਦਗੀ ਦੇ ਕਰਮਾਂ ਕਰਕੇ ਹੈ ਤੇ ਪਾਪੀ ਸੀ, ਪਰ ਮਹਾਂਪੁਰਸ਼ਾਂ ਦੀ ਚਰਨ ਧੂੜ ਨੇ ਪਾਪੀ ਨੂੰ ਪੁੰਨੀ ਬਣਾ ਦਿੱਤਾ। ਹੁਣ ਇਹ ਪਾਪੀ ਨਹੀਂ ਰਿਹਾ, ਹੁਣ ਇਹ ਪੁੰਨੀ ਬਣ ਗਿਆ। ਸਾਧ ਸੰਗਤ, ਇਹ ਸਾਖੀ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਸੁਣਾਇਆ ਕਰਦੇ ਸਨ। ਦੇਖੋ ਇਸ ਸਾਖੀ ਦੇ ਅੰਦਰ ਕਿੱਡਾ ਵੱਡਾ ਗੁਰਮਤ ਦਾ ਸਿਧਾਂਤ ਹੈ ਕਿ ਚਰਨ ਧੂੜ ਹੋ ਜਾਣਾ। ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਧੂੜ। ਜਿਹੜੀ ਚਰਨਾਂ ਦੀ ਧੂੜ ਹੈ, ਚਰਨਾਂ ਦੀ ਧੂੜ ਵਿੱਚ ਐਡੀ ਤਾਕਤ ਹੈ। ਚਰਨਾਂ ਦੀ ਧੂੜ ਦੇ ਅੰਦਰ ਉਹਦਾ ਐਡਾ ਵੱਡਾ ਪ੍ਰਤਾਪ ਹੈ, ਉਹਦੀ ਐਡੀ ਵਡਿਆਈ ਹੈ। ਜਦੋਂ ਕੋਈ ਚਰਨ ਧੂੜ ਹੋ ਜਾਂਦਾ ਹੈ, ਭਾਵ ਚਰਨ ਧੂੜ ਵਰਗਾ, ਜਦੋਂ ਆਪਣਾ ਆਪਾ ਗਵਾ ਦਿੰਦਾ ਹੈ, ਉਦੋਂ ਸਮਝੋ ਰੱਬ ਦੇ ਵਿੱਚ ਹੀ ਸਮਾ ਜਾਂਦਾ ਹੈ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਤਾਂ ਹੀ ਬਾਬਾ ਸ਼ੇਖ ਫਰੀਦ ਜੀ ਲਿਖਦੇ ਨੇ ਕਿ ਆ ਜਿਹੜੀ ਖਾਕ ਹੈ ਨਾ, ਬੰਦਾ ਸਾਰੀ ਜ਼ਿੰਦਗੀ ਮਿੱਟੀ ਤੋਂ ਖਾਕ ਤੋਂ ਬਚਦਾ ਰਹਿੰਦਾ ਹੈ, ਇਹਨੂੰ ਮੈਲੀ ਮੈਲੀ ਕਹਿ ਕੇ ਖਾਕ ਤੋਂ ਬਚਣ ਦੀ ਕੋਸ਼ਿਸ਼ ਕਰਦਾ। ਹਰ ਇੱਕ ਚੀਜ਼ ਮਿੱਟੀ ਪੈ ਜਾਏ ਅਸੀਂ ਸਾਫ਼ ਕਰਦੇ ਹਾਂ। ਭਾਂਡਾ ਸਾਫ਼ ਕਰ ਲਿਆ, ਕਿਤੇ ਘਰ ਦਾ ਕੋਈ ਸਮਾਨ ਪਿਆ, ਆ ਜਿਵੇਂ ਹਾਰਮੋਨੀਅਮ ਪਿਆ, ਇਹਨੂੰ ਸਾਫ਼ ਕਰਨਾ ਪੈਂਦਾ ਹੈ। ਭਾਵ ਕਿ ਮਿੱਟੀ ਜਿਹੜੀ ਹੈ ਉਹ ਅਸੀਂ ਉਤਾਰ ਕੇ ਪਾਸੇ ਸੁੱਟ ਦਿੰਦੇ ਹਾਂ। ਸਾਡੀ ਨਜ਼ਰ ਵਿੱਚ ਜਿਹੜੀ ਮਿੱਟੀ ਹੈ ਉਹ ਕੋਈ ਵਧੀਆ ਚੀਜ਼ ਨਹੀਂ। ਹਰ ਇੱਕ ਚੀਜ਼ ਨੂੰ ਜਿਹੜੀ ਮੈਲਾ ਕਰਦੀ ਹੈ ਉਹ ਵਧੀਆ ਥੋੜੀ ਹੈ।
ਪਰ ਬਾਬਾ ਸ਼ੇਖ ਫਰੀਦ ਜੀ ਕਹਿੰਦੇ ਨਹੀਂ। ਬਾਬਾ ਜੀ ਕਹਿੰਦੇ ਫਰੀਦਾ ਖਾਕ ਨਾ ਨਿੰਦੀਐ। ਕਹਿੰਦੇ ਇਸ ਖਾਕ ਨੂੰ ਨਿੰਦ ਨਾ। ਭਾਵ ਕਿ ਜੇ ਬਾਬਾ ਸ਼ੇਖ ਫਰੀਦ ਜੀ ਦੀ ਦ੍ਰਿਸ਼ਟੀ ਨਾਲ, ਉਹਨਾਂ ਦੇ ਨਜ਼ਰੀਏ ਨਾਲ ਵੇਖੀਏ, ਉਹ ਹੋਰ ਨਜ਼ਰੀਏ ਨਾਲ ਵੇਖ ਰਹੇ ਨੇ, ਉਹ ਹੋਰ ਕਿਸੇ ਐਂਗਲ ਤੋਂ ਵੇਖ ਕੇ ਗੱਲ ਕਰ ਰਹੇ ਨੇ। ਫਰੀਦਾ ਖਾਕ ਨਾ ਨਿੰਦੀਐ, ਖਾਕੂ ਜੇਡ ਨਾ ਕੋਏ। ਕਹਿੰਦੇ ਇਸ ਖਾਕ ਜਿੱਡਾ ਤੇ ਕੋਈ ਹੈ ਹੀ ਨਹੀਂ। ਜੀ ਬੰਦਿਆਂ ਪੈਰਾਂ ਤਲੇ। ਜੀ ਬੰਦਿਆਂ ਕਹਿੰਦੇ ਜਦੋਂ ਬੰਦਾ ਜਿਉਂਦਾ ਹੈ ਉਦੋਂ ਖਾਕ ਸਾਰੀ ਜ਼ਿੰਦਗੀ ਉਹਦੇ ਪੈਰਾਂ ਦੇ ਥੱਲੇ ਰਹਿੰਦੀ ਹੈ। ਸਾਰੀ ਜ਼ਿੰਦਗੀ ਪੈਰਾਂ ਦੇ ਥੱਲੇ ਰਹਿਣਾ ਇਹ ਕਿੱਡੀ ਵੱਡੀ ਵਡਿਆਈ ਹੈ। ਭਾਵ ਕਿ ਆਪਣਾ ਆਪ ਬਿਲਕੁਲ ਹੀ ਨਹੀਂ ਜਣਾਉਂਦੀ, ਪੈਰਾਂ ਦੇ ਥੱਲੇ ਰਹਿੰਦੀ ਹੈ। ਜੀ ਬੰਦਿਆਂ ਪੈਰਾਂ ਤਲੇ, ਮੋਇਆਂ ਉੱਪਰ ਹੋਏ। ਕਹਿੰਦੇ ਮਰਨ ਤੋਂ ਬਾਅਦ ਉੱਤੇ ਆ ਜਾਂਦੀ ਹੈ। ਪਰ ਸਾਧ ਸੰਗਤ, ਜਿਹੜਾ ਮਰਨ ਤੋਂ ਬਾਅਦ ਉੱਤੇ ਆਉਂਦੀ ਹੈ ਉਹਦਾ ਵੀ ਇੱਕ ਭਾਵ ਹੈ, ਉਹਦਾ ਵੀ ਇੱਕ ਸਿਧਾਂਤ ਹੈ। ਉਹ ਕੀ ਹੈ ਕਿ ਇੱਕ ਸੇਵਾਦਾਰ, ਇੱਕ ਗੁਰੂ ਦਾ ਸਿੱਖ, ਪਹਿਲਾਂ ਗੁਰੂ ਵਾਸਤੇ ਲਫ਼ਜ਼ ਵਰਤਿਆ ਜਾਂਦਾ ਸੀ ਪੀਰ, ਤੇ ਸਿੱਖ ਵਾਸਤੇ ਵਰਤਿਆ ਜਾਂਦਾ ਸੀ ਮੁਰੀਦ। ਪੀਰ ਤੇ ਮੁਰੀਦ। ਕਹਿੰਦੇ ਜਿਹੜਾ ਮੁਰੀਦ, ਜਿਹੜਾ ਸੇਵਾ ਕਰਦਾ, ਉਹਨੂੰ ਮੁਰੀਦ ਕਿਹਾ ਜਾਂਦਾ ਹੈ। ਜਿਹੜਾ ਮੁਰੀਦ ਮਰ ਜਾਏ, ਕਿਵੇਂ ਮਰ ਜਾਏ? ਭਾਵ ਆਪਾ ਗਵਾ ਕੇ, ਜਿਹਨੂੰ ਕਹਿੰਦੇ ਨੇ ਜਿਉਂਦੇ ਮਰ ਜਾਣਾ। ਸੇਵਾ ਕਰਦਾ ਕਰਦਾ ਜਿਹੜਾ ਮੁਰੀਦ ਮਰ ਜਾਏ, ਕਹਿੰਦੇ ਉਹ ਹੁਣ ਕੋਈ ਜਿਉਂਦਾ ਪ੍ਰਾਣੀ, ਮੁਸਲਮਾਨ ਵੀਰ ਥੱਲੇ ਦਬਾਉਂਦੇ ਨੇ ਕਬਰ ਵਿੱਚ। ਕਿਹਨੂੰ ਦਬਾਉਂਦੇ ਨੇ? ਮੁਰਦੇ ਨੂੰ। ਕਿਸੇ ਜਿਉਂਦੇ ਬੰਦੇ ਨੂੰ ਦਬਾਉਂਦੇ ਦੇਖੇ ਨੇ? ਨਹੀਂ। ਕਬਰ ਵਿੱਚ ਕੌਣ ਸਮਾਉਂਦਾ ਹੈ? ਜਿਹੜਾ ਮੁਰਦਾ ਹੋ ਜਾਏ। ਤੇ ਜਿਹੜਾ ਮੁਰਦਾ ਜਦੋਂ ਕਬਰ ਵਿੱਚ ਪੈ ਜਾਏ, ਬਾਅਦ ਵਿੱਚ ਉਹ ਜਿਹੜੀ ਕਬਰ ਹੈ ਨਾ, ਉਸ ਮੁਰਦੇ ਨੂੰ ਆਪਣੇ ਵਰਗਾ ਹੀ ਬਣਾ ਦਿੰਦੀ ਹੈ। ਭਾਵ ਜਿਹੜੇ ਉਹਦਾ ਸਰੀਰ ਦਾ ਮਾਸ ਹੈ ਉਹ ਕਬਰ ਦੀ ਮਿੱਟੀ ਵਰਗਾ ਹੀ ਹੋ ਜਾਂਦਾ ਹੈ। ਉਹਦਾ ਰੂਪ ਹੋ ਗਿਆ ਨਾ। ਕਬਰ ਨੇ, ਜਿਹੜਾ ਮੁਰਦਾ ਕਬਰ ਵਿੱਚ ਸਮਾਇਆ, ਕਬਰ ਨੇ ਉਹਨੂੰ ਆਪਣਾ ਰੂਪ ਦੇ ਕੇ ਆਪਣੇ ਵਰਗਾ ਬਣਾ ਦਿੱਤਾ। ਮੁਰੀਦ ਵੀ ਜੇ ਕੋਈ ਆਪਣਾ ਆਪਾ ਗਵਾ ਕੇ ਜਿਉਂਦਾ ਸੇਵਾ ਕਰਦਿਆਂ ਕਰਦਿਆਂ ਮਰ ਜਾਏ ਤੇ ਉਹ ਗੁਰੂ ਦੀ ਗੋਦ ਰੂਪੀ ਗੋਰ ਵਿੱਚ ਸਮਾ ਜਾਂਦਾ ਹੈ। ਗੁਰੂ ਦੀ ਗੋਦ, ਉਹਨੂੰ ਭਾਈ ਸਾਹਿਬ ਜੀ ਨੇ ਗੋਰ ਕਿਹਾ। ਗੋਰ ਵੀ ਜਿਵੇਂ ਕਬਰ ਵਿੱਚ ਮੁਰਦਾ ਸਮਾਉਂਦਾ, ਐਵੇਂ ਗੁਰੂ ਦੀ ਗੋਦ ਵਿੱਚ ਮੁਰੀਦ ਸਮਾ ਜਾਂਦਾ ਹੈ। ਫਿਰ ਗੁਰੂ ਦੀ ਗੋਦ ਕੀ ਕਰਦੀ ਹੈ? ਕਹਿੰਦੇ ਜਿਹੜੀ ਉਹ ਗੁਰੂ ਦੀ ਗੋਦ ਵਿੱਚ ਜਦੋਂ ਕੋਈ ਆਪਣਾ ਆਪਾ ਗਵਾ ਕੇ ਮਰ ਗਿਆ ਨਾ, ਉਦੋਂ ਜਿਹੜਾ ਗੁਰੂ ਦੀ ਗੋਦ ਵਿੱਚ ਸਮਾਉਂਦਾ ਹੈ, ਫਿਰ ਉਹਦਾ ਫਰਕ ਨਹੀਂ ਰਹਿ ਜਾਂਦਾ। ਫਿਰ ਉਸ ਮੁਰੀਦ ਦਾ ਤੇ ਗੁਰੂ ਦਾ ਕੋਈ ਭਿੰਨ ਭੇਦ ਨਹੀਂ ਰਹਿ ਜਾਂਦਾ, ਇੱਕੋ ਹੀ ਰੂਪ ਹੋ ਜਾਂਦੇ ਨੇ। ਗੁਰੂ ਦੀ ਗੋਦ ਆਪਣਾ ਹੀ ਰੂਪ ਬਣਾ ਦਿੰਦੀ ਹੈ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਅੰਗਦ ਦੇਵ ਜੀ ਮਹਾਰਾਜ ਸੇਵਾ ਕਰਦਿਆਂ ਕਰਦਿਆਂ ਜਦੋਂ ਇਸ ਅਵਸਥਾ ਵਿੱਚ ਚਲੇ ਗਏ, ਭਾਵ ਕਿ ਜੀਵਤ ਮਰਨਾ, ਜਦੋਂ ਇਸ ਅਵਸਥਾ ਵਿੱਚ ਚਲੇ ਗਏ, ਉਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਅੰਗ ਨਾਲ ਲਾ ਕੇ, ਆਪਣੀ ਗੋਦ ਵਿੱਚ ਲੈ ਕੇ, ਨਾਮ ਪਹਿਲਾਂ ਲਹਿਣਾ ਸੀ, ਲਹਿਣੇ ਤੋਂ ਅੰਗਦ ਬਣਾ ਦਿੱਤਾ। ਲਹਿਣੇ ਤੋਂ ਅੰਗਦ ਬਣਾ ਦਿੱਤਾ। ਸਾਧ ਸੰਗਤ, ਹੁਣ ਸਮਾਂ ਸੀ, ਸੰਗਤਾਂ ਗੁਰੂ ਨਾਨਕ ਦੇ ਦਰਸ਼ਨਾਂ ਨੂੰ ਲੋਚਦੀਆਂ ਸਨ। ਹੁਣ ਜਿਹੜਾ ਕੋਈ ਗੁਰੂ ਨਾਨਕ ਦੇ ਦਰਸ਼ਨ ਕਰਨਾ ਚਾਹੁੰਦਾ ਸੀ, ਉਹ ਕਹਿੰਦਾ ਸੀ ਜੇ ਗੁਰੂ ਨਾਨਕ ਦੇ ਦਰਸ਼ਨ ਕਰਨੇ ਨੇ, ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰ ਲਓ।
ਉਹਨਾਂ ਦਾ ਹੀ ਰੂਪ ਨੇ। ਉਹਨਾਂ ਦਾ ਰੂਪ ਕਿਵੇਂ? ਕਿਉਂਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਆਪਣਾ ਰੰਗ ਚਾੜ ਦਿੱਤਾ, ਰੰਗ ਦਿੱਤਾ ਆਪਣੇ ਰੰਗ ਵਿੱਚ। ਤੇ ਇੱਕ ਆਵਾਜ਼, ਸਾਡਾ ਸਿੱਖ ਇਤਿਹਾਸ ਲਿਖਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਗਏ, ਆਪਸ ਵਿੱਚ ਝਗੜਾ ਹੋਇਆ ਹਿੰਦੂ ਮੁਸਲਮਾਨਾਂ ਦੇ ਅੰਦਰ। ਉਸ ਝਗੜੇ ਦੇ ਦੌਰਾਨ ਉਹ ਕਹਿਣ ਜੀ ਅਸੀਂ ਦਬਾਉਣਾ ਹੈ, ਉਹ ਕਹਿਣ ਜੀ ਅਸੀਂ ਸੰਸਕਾਰ ਕਰਨਾ ਹੈ। ਫਿਰ ਕਿਸੇ ਸਿਆਣੇ ਨੇ ਕਿਹਾ ਪਹਿਲਾਂ ਸਰੀਰ ਦੇ ਦਰਸ਼ਨ ਤੇ ਕਰੀਏ। ਗੁਰੂ ਸਾਹਿਬ ਜੀ ਦੇ ਤਨ ਦੇ ਦਰਸ਼ਨ ਕਰਨ ਲੱਗੇ, ਚਾਦਰ ਚੁੱਕੀ, ਉੱਥੇ ਸਰੀਰ ਨਹੀਂ, ਉੱਥੇ ਕੇਵਲ ਫੁੱਲ ਨੇ, ਉੱਥੇ ਕੇਵਲ ਫੁੱਲ ਨੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦੱਸਿਆ, ਇਹ ਇੱਕ ਸਬੂਤ ਹੈ ਇਸ ਗੱਲ ਦਾ ਕਿ ਇਹਨਾਂ ਨੇ ਸਾਰੀ ਜ਼ਿੰਦਗੀ ਇਹਨਾਂ ਫੁੱਲਾਂ ਦੀ ਤਰ੍ਹਾਂ ਖੁਸ਼ਬੂ ਤੇ ਸੁੰਦਰਤਾ ਵੰਡੀ ਹੈ। ਸਾਰੇ ਸੰਸਾਰ ਵਿੱਚ ਸੁੰਦਰਤਾ ਅਤੇ ਖੁਸ਼ਬੂ ਫੈਲਾਈ ਹੈ ਗੁਰੂ ਨਾਨਕ ਸਾਹਿਬ ਜੀ ਨੇ। ਸਾਧ ਸੰਗਤ, ਦੋ ਹਿੱਸਿਆਂ ਵਿੱਚ ਕਰ ਲਿਆ ਜੋ ਵੀ ਫੁੱਲ ਸਨ ਤੇ ਚਾਦਰ ਸੀ। ਇੱਕ ਇਹਨਾਂ ਨੇ ਦਬਾ ਦਿੱਤੀ, ਇੱਕ ਇਹਨਾਂ ਨੇ ਜਲਾ ਦਿੱਤੀ, ਇੱਕ ਇਹਨਾਂ ਨੇ ਸਮਾਧੀ ਬਣਾ ਦਿੱਤੀ, ਇੱਕ ਇਹਨਾਂ ਨੇ ਗੌਰ ਬਣਾ ਦਿੱਤੀ। ਗੌਰ ਮੈਨੇ ਕਬਰ। ਹੁਣ ਜਿਹੜੇ ਕਬਰ ਵਾਲੇ ਨੇ ਉਹ ਕਹਿੰਦੇ ਗੁਰੂ ਨਾਨਕ ਇੱਥੇ ਹੈ, ਜਿਹੜੇ ਸਮਾਧੀ ਵਾਲੇ ਨੇ ਉਹ ਕਹਿੰਦੇ ਨਹੀਂ ਗੁਰੂ ਨਾਨਕ ਇੱਥੇ ਹੈ। ਕੋਈ ਕਹਿੰਦਾ ਇੱਧਰ ਆਓ, ਕੋਈ ਕਹਿੰਦਾ ਇੱਧਰ ਆਓ। ਫਿਰ ਕਿਸੇ ਸਿਆਣੇ ਨੇ ਪੁੱਛਿਆ ਵੀ ਕਿੱਥੇ ਹੈ ਗੁਰੂ ਨਾਨਕ, ਸਮਾਧੀ ਵਿੱਚ ਕਿ ਕਬਰ ਵਿੱਚ? ਫਿਰ ਆਵਾਜ਼ ਆਈ, ਗੈਬ ਵਿੱਚੋਂ ਆਵਾਜ਼ ਆਈ, ਬਾਬਾ ਮੜੀ ਨਾ ਗੌਰ, ਗੁਰੂ ਅੰਗਦ ਕੇ ਹੀਏ ਮਾਹੇ। ਕਹਿੰਦੇ ਨਾ ਮੜੀ ਵਿੱਚ ਹੈ ਨਾ ਗੌਰ ਵਿੱਚ ਹੈ, ਉਹ ਤੇ ਗੁਰੂ ਅੰਗਦ ਦੇ ਹਿਰਦੇ ਵਿੱਚ ਬੈਠਾ ਹੈ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ, ਇਹ ਹੈ ਗੁਰੂ ਨਾਨਕ ਦੇ ਘਰ ਦਾ ਸਿਧਾਂਤ। ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਧੂਰ। ਜਿਹੜਾ ਧੂੜੀ ਬਣ ਗਿਆ ਚਰਨਾਂ ਦੀ, ਉਹ ਨਾਨਕ ਸਰਨ ਤੁਹਾਰੀ ਆ, ਉਹ ਸਰਨ ਵਿੱਚ ਆ ਗਿਆ। ਵੇਖੋ ਸਦਾ ਹਜੂਰ, ਉਹਦੇ ਵਾਸਤੇ ਰੱਬ ਸਦਾ ਹਾਜ਼ਰ ਨਾਜ਼ਰ ਹੈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਸਾਰੇ ਮਿਲ ਕੇ ਰਸਨਾ ਪਵਿੱਤਰ ਕਰੀਏ। ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁਖ ਗਵਾਇਓ। ਜੋ ਚਾਹਿਤ ਸੋਈ ਮਨ ਪਾਇਓ, ਕਰ ਕਿਰਪਾ ਹਰ ਨਾਮ ਗਵਾਇਓ। ਸਰਬ ਸੁਖ ਹਰ ਨਾਮ ਵਡਾਈ, ਗੁਰ ਪ੍ਰਸਾਦ ਨਾਨਕ ਮਤ ਪਾਈ। ਸੰਤ ਜਨਾ ਮਿਲ ਹਰ ਜਸ ਗਾਇਓ, ਸੰਤ ਜਨਾ ਮਿਲ ਹਰ ਜਸ ਗਾਇਓ।